ਸਤਿਕਾਰਯੋਗ ਸਾਧ ਸੰਗਤ ਜੀਓ, ਆਪਣੀ ਰਸਨਾ ਪਵਿੱਤਰ ਕਰੋ ਅਤੇ ਸਾਰੇ ਹੀ ਆਖੋ ਧੰਨ ਸਤਿਗੁਰੂ ਰਾਮਦਾਸ ਜੀ। ਸਾਧ ਸੰਗਤ ਜੀ, ਗੁਰੂ ਦੇ ਚਰਨੀ ਲੱਗੀਦਾ ਕਿ ਸਾਨੂੰ ਸੁੱਖ ਮਿਲੇ। ਸੁੱਖ ਲੈਣ ਵਾਸਤੇ ਆਪਾਂ ਨੂੰ ਵਿਚਾਰਵਾਨ ਬਣਨ ਦੀ ਲੋੜ ਹੈ ਅਤੇ ਗੁਰੂ ਕਾ ਬਚਨ ਮੰਨਣ ਦੀ ਲੋੜ ਹੈ। ਧਰਮ ਸ਼ਬਦ ਦਾ ਅਰਥ ਵੱਖੋ ਵੱਖਰੇ ਰੂਪਾਂ 'ਚ ਕਈ ਤਰ੍ਹਾਂ ਕੀਤਾ ਜਾਂਦਾ, ਪਰ ਧਰਮ ਸ਼ਬਦ ਦਾ ਅਸਲੀ ਅਰਥ ਹੈ ਜਿਨ੍ਹਾਂ ਨਿਯਮਾਂ ਨੂੰ ਧਾਰ ਕੇ ਸਾਡਾ ਨਿੱਜੀ ਜੀਵਨ ਅਤੇ ਸਮਾਜਿਕ ਜੀਵਨ ਸੁਖੀ ਚੱਲੇ, ਉਹ ਧਰਮ ਦੇ ਨਿਯਮ ਨੇ। ਸੋ ਉਹਨਾਂ ਦੀ ਵਿਆਖਿਆ ਬਹੁਤ ਵਿਸ਼ਾਲ ਹੈ, ਬੜੀ ਲੰਬੀ ਚੌੜੀ ਹੈ, ਪਰੰਤੂ ਉਹਦੇ ਵਿੱਚ ਜਦੋਂ ਆਪਾਂ ਉਹ ਵਿਆਖਿਆ ਕਰੀਏ ਤਾਂ ਉਹ ਸਮੇਂ ਨਾਲ ਬਦਲ ਜਾਂਦੀ ਹੈ। ਉਹ ਵਿਆਖਿਆ ਸਮੇਂ ਅਨੁਸਾਰ ਬਦਲ ਵੀ ਜਾਂਦੀ ਹੈ ਅਤੇ ਅਸਥਾਨ ਨਾਲ ਵੀ ਬਦਲ ਜਾਂਦੀ ਹੈ। ਸੋ ਧਰਮ ਸ਼ਬਦ ਬੜਾ ਵਿਆਪਕ ਹੈ। ਆਪਾਂ ਸਾਰੇ ਹੀ ਧਰਮ ਨੂੰ ਮੰਨਦੇ ਹਾਂ, ਗੁਰੂ ਨੂੰ ਮੰਨਦੇ ਹਾਂ। ਹੁਣ ਆਪਾਂ ਗੁਰੂ ਨੂੰ ਵੀ ਮੰਨ ਕੇ, ਧਰਮ ਨੂੰ ਮੰਨ ਕੇ ਫਿਰ ਜੇ ਦੁਖੀ ਹੋਈ ਜਾਈਏ ਤਾਂ ਇਹਦਾ ਕੀ ਅਰਥ ਹੈ? ਇਹਦਾ ਅਰਥ ਹੈ ਕਿ ਆਪਾਂ ਮੰਨਿਆ ਹੀ ਨਹੀਂ ਉਹਨੂੰ। ਇਸ ਕਰਕੇ ਗੁਰੂ ਦਾ ਬਚਨ ਮੰਨਦੇ ਹੋਏ ਆਪਾਂ ਵਿਚਾਰਵਾਨ ਹੋਈਏ। ਵਿਚਾਰਵਾਨ ਬਣ ਕੇ ਆਪਾਂ ਆਪਣਾ ਜੀਵਨ, ਫਿਰ ਪਰਿਵਾਰ ਦਾ ਤੇ ਫਿਰ ਸਮਾਜ ਦਾ ਜੀਵਨ ਸੁਖੀ ਕਰਨਾ ਸ਼ੁਰੂ ਕਰੀਏ। ਸੋ ਪਰਿਵਾਰਕ ਜੀਵਨ ਵਿੱਚ ਆਪ ਜੀ ਨੂੰ ਮੈਂ ਅੱਗੇ ਵੀ ਕਈ ਬੇਨਤੀਆਂ ਕੀਤੀਆਂ ਨੇ, ਉਸੇ ਦੀ ਵਿਆਖਿਆ ਉਹਦਾ ਇੱਕ ਹੋਰ ਵਿਸ਼ੇਸ਼ ਰੂਪ ਵਿੱਚ ਫਿਰ ਅੱਜ ਬੇਨਤੀ ਕਰ ਰਿਹਾ ਕਿ ਆਪਣੇ ਬੱਚਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ ਵਿਆਹ ਕੀ ਚੀਜ਼ ਹੈ, ਵਿਆਹ ਕਿਉਂ ਕਰਨਾ ਹੈ। ਕੁਝ ਹੱਦ ਤੱਕ ਕੁੜੀ ਦੇ ਪਰਿਵਾਰ ਵਾਲੇ ਤਾਂ ਕੁੜੀ ਨੂੰ ਸਿੱਖਿਆ ਦਿੰਦੇ ਨੇ, ਪਰ ਮੁੰਡੇ ਦੇ ਪਰਿਵਾਰ ਵਾਲੇ ਨੂੰ ਤੇ ਮੇਰਾ ਰਾਜਾ ਬੇਟਾ ਆਖ ਕੇ ਉਹਨੂੰ ਲਾਡਾਂ 'ਚ ਇੰਨਾ ਵਿਗਾੜ ਦਿੰਦੇ ਨੇ ਅਤੇ ਉਹਨੂੰ ਸਿੱਖਿਆ ਦੇਣ ਦੀ ਲੋੜ ਹੀ ਨਹੀਂ ਸਮਝਦੇ। ਇਸ ਕਰਕੇ ਆਪਣੇ ਲੜਕੇ ਨੂੰ ਵੀ ਸਿੱਖਿਆ ਦਿਓ। ਆਪਣੇ ਲੜਕੇ ਨੂੰ ਇਹ ਸਿੱਖਿਆ ਦਿਓ ਕਿ ਤੂੰ ਜੇ ਵਿਆਹ ਕਰਵਾਉਣਾ ਕਾਕਾ ਤਾਂ ਆਪਣੀ ਪਤਨੀ ਨੂੰ ਤੂੰ ਖੁਸ਼ ਕਿਵੇਂ ਰੱਖਣਾ। ਇਸੇ ਤਰ੍ਹਾਂ ਆਪਣੀ ਧੀ ਨੂੰ ਸਿੱਖਿਆ ਦਿਓ ਕਿ ਤੂੰ ਵਿਆਹ ਕਰਵਾਉਣਾ ਤਾਂ ਆਪਣੇ ਪਤੀ ਨੂੰ ਤੂੰ ਕਿਵੇਂ ਖੁਸ਼ ਰੱਖਣਾ। ਅਤੇ ਫਿਰ ਦੋਵਾਂ ਨੂੰ ਸਿੱਖਿਆ ਦਿਓ ਕਿ ਦੋਵਾਂ ਨੇ ਇੱਕ ਦੂਸਰੇ ਦੀਆਂ ਖੁਸ਼ੀਆਂ ਦਾ ਧਿਆਨ ਰੱਖਣਾ ਤੇ ਆਪਣੀਆਂ ਖੁਸ਼ੀਆਂ ਦਾ ਵੀ ਰੱਖਣਾ। ਇਹ ਨਹੀਂ ਕਿ ਕੇਵਲ ਦੂਸਰੇ ਦੀਆਂ ਖੁਸ਼ੀਆਂ ਦਾ ਹੀ ਧਿਆਨ ਰੱਖਣਾ। ਜੇ ਅਸੀਂ ਸਿਰਫ ਦੂਸਰੇ ਦੀਆਂ ਖੁਸ਼ੀਆਂ ਦਾ ਧਿਆਨ ਰੱਖੀਏ, ਆਪਣੀ ਦਾ ਨਾ ਰੱਖੀਏ, ਤਾਂ ਵੀ ਜੀਵਨ ਦੁੱਭਰ ਹੋ ਜਾਂਦਾ, ਨਿਰਾਸ਼ ਹੋ ਜਾਂਦਾ। ਇਸ ਕਰਕੇ ਆਪਣੀ ਖੁਸ਼ੀ ਦਾ ਵੀ ਅਤੇ ਆਪਣੇ ਪਤੀ ਜਾਂ ਪਤਨੀ, ਆਪਣੇ ਸਾਥੀ ਦਾ ਵੀ ਖੁਸ਼ੀ ਦਾ ਧਿਆਨ ਰੱਖ ਕੇ ਦੋਵੇਂ ਜਾਣੇ ਸੁਮੇਲ ਕਰਕੇ ਚੱਲੋ। ਜਦੋਂ ਆਪਾਂ ਇਸ ਤਰ੍ਹਾਂ ਸੁਮੇਲ ਕਰਕੇ ਚੱਲਾਂਗੇ ਤਾਂ ਸਾਡੇ ਜੀਵਨ ਦੇ ਦਿਨ ਸੁਖੀ ਬਤੀਤ ਹੁੰਦੇ ਨੇ। ਇਸੇ ਹੀ ਤਰ੍ਹਾਂ ਇਹ ਵੀ ਮੰਨ ਕੇ ਚੱਲੀਏ ਕਿ ਦੋ ਮਨੁੱਖਾਂ ਦੇ ਸਾਰੇ ਵਿਚਾਰ ਕਦੀ ਵੀ ਨਹੀਂ ਮਿਲਦੇ, ਆਪਸ ਵਿੱਚ ਕਦੀ ਨਹੀਂ ਮਿਲਦੇ। ਪਰ ਜੀਵਨ ਦਾ ਪਹੀਆ ਰੇੜਨ ਵਾਸਤੇ, ਜੀਵਨ ਦੀ ਗੱਡੀ ਚਲਾਉਣ ਵਾਸਤੇ ਜਿੰਨੇ ਕੁ ਵਿਚਾਰ ਸਾਡੇ ਮਿਲ ਜਾਣ, ਉਨਿਆਂ ਨੂੰ ਮਿਲਾ ਕੇ ਆਪਾਂ ਅੱਗੇ ਚੱਲੀਏ, ਜੀਵਨ ਚਲਾਉਂਦੇ ਚੱਲੀਏ। ਆਪਣਾ ਲਕਸ਼ ਤੈਅ ਕਰੀਏ ਕਿ ਅਸੀਂ ਜੀਵਨ ਦੇ ਵਿੱਚ ਕੀ ਕੀ ਕਰਨਾ ਚਾਹੁੰਦੇ ਹਾਂ। ਉਹਦੇ ਅਨੁਸਾਰ ਜਿੰਨੇ ਵਿਚਾਰ ਸਾਡੇ ਮਿਲਦੇ ਹੋਣ ਉਹਨਾਂ 'ਤੇ ਆਪਾਂ ਸਹਿਮਤ ਹੋ ਜਾਈਏ। ਜਿਹੜੇ ਵਿਚਾਰ ਪਤੀ ਪਤਨੀ ਦੇ ਨਹੀਂ ਮਿਲਦੇ, ਉਹਨਾਂ ਵਿਚਾਰਾਂ 'ਤੇ ਸਹਿਮਤ ਹੋਣ ਦਾ ਯਤਨ ਕਰੀਏ। ਇੱਕ ਦੂਸਰੇ ਨਾਲ ਗੱਲਾਂ ਖੋਲ੍ਹ ਕੇ ਵਿਚਾਰ ਕਰੀਏ। ਕੀ ਹੁੰਦਾ ਕਿ ਇੱਕੋ ਹੀ ਸ਼ਬਦ ਬੋਲਣ ਵਾਲਾ ਜੋ ਕਹਿੰਦਾ ਉਹਦੇ ਮਨ ਦੇ ਵਿੱਚ ਉਹਦਾ ਅਰਥ ਹੋਰ ਹੁੰਦਾ, ਸੁਣਨ ਵਾਲੇ ਦੇ ਮਨ ਦੇ ਵਿੱਚ ਉਹਦਾ ਅਰਥ ਹੋਰ ਹੁੰਦਾ, ਭਾਵੇਂ ਉਹ ਪਤੀ ਹੈ ਜਾਂ ਪਤਨੀ ਹੈ। ਸੋ ਇਸੇ ਹੀ ਤਰ੍ਹਾਂ ਉਹਨਾਂ ਸ਼ਬਦਾਂ ਦੇ ਅਰਥਾਂ ਨੂੰ ਖੋਲ੍ਹ ਕੇ ਇੱਕ ਦੂਸਰੇ ਨੂੰ ਪ੍ਰੇਮ ਨਾਲ ਵਿਚਾਰ ਕੇ ਪੁੱਛੀਏ ਕਿ ਪਤੀ ਜੀ, ਪਤਨੀ ਜੀ, ਤੁਸੀਂ ਆਹ ਗੱਲ ਕਹੀ ਹੈ, ਇਹਦਾ ਅਰਥ ਆ ਹੀ ਹੈ, ਜੋ ਮੈਨੂੰ ਸਮਝ ਆਈ ਹੈ ਕਿ ਹੋਰ ਹੈ ਕੁਛ। ਫਿਰ ਜਿਹੜੇ ਵਿਚਾਰਾਂ 'ਤੇ ਸਾਡੀ ਸਹਿਮਤੀ ਨਹੀਂ ਹੁੰਦੀ ਅਤੇ ਜਿਹੜੇ ਵਿਚਾਰ ਸਾਡੇ ਮਿਲਦੇ ਨਹੀਂ, ਸਹਿਮਤੀ ਨਹੀਂ ਹੁੰਦੀ, ਪਰ ਉਹ ਵਿਚਾਰ ਸਾਨੂੰ ਬਹੁਤ ਜ਼ਿਆਦਾ ਪਰਿਵਾਰਕ ਜਾਂ ਨਿੱਜੀ ਰੂਪ 'ਚ ਨੁਕਸਾਨ ਨਹੀਂ ਪਹੁੰਚਾਉਣ ਵਾਲੇ, ਜਦੋਂ ਪਰਿਵਾਰਕ ਜਾਂ ਨਿੱਜੀ ਰੂਪ 'ਚ ਨੁਕਸਾਨ ਨਹੀਂ ਪਹੁੰਚਾਉਣ ਵਾਲੇ, ਫਿਰ ਉਹਨਾਂ ਵਿਚਾਰਾਂ ਨੂੰ ਆਪਾਂ ਲਾਂਭੇ ਛੱਡ ਦਈਏ। ਕੋਈ ਨਹੀਂ ਗੱਲ, ਇਹ ਵਿਚਾਰ ਨਹੀਂ ਮਿਲਦੇ ਤੇ ਕੋਈ ਨਹੀਂ, ਇੱਕ ਦੂਸਰੇ 'ਤੇ
ਬਿਨਾਂ ਕਾਰਨ ਤੋਂ ਅਸੀਂ ਵਿਚਾਰ ਆਪਣੇ ਠੋਸਣੇ ਨਹੀਂ ਗੇ। ਕਈ ਵਿਚਾਰ ਤਾਂ ਠੋਸਣੇ ਵੀ ਪੈਂਦੇ ਨੇ ਕਈ ਵਾਰੀ, ਪਰ ਜਿਹੜੇ ਵਿਚਾਰਾਂ ਨੂੰ ਠੋਸੇ ਤੋਂ ਬਿਨਾਂ ਗੁਜ਼ਾਰਾ ਹੁੰਦਾ ਹੋਵੇ ਉਹ ਆਪਾਂ ਨਾ ਠੋਸੀਏ, ਉਹਨਾਂ ਨੂੰ ਛੱਡ ਦਈਏ ਵੀ ਕੋਈ ਨਹੀਂ ਗੱਲ। ਜੇ ਮੇਰੇ ਘਰ ਵਾਲੀ ਨੇ ਚੁੰਨੀ ਲਾਲ ਦੀ ਥਾਂ ਤੇ ਪੀਲੀ ਲੈ ਲਈ, ਉਹ ਇਸ ਗੱਲ 'ਚ ਖੁਸ਼ ਹੈ ਤੇ ਤਾਂ ਵੀ ਮੈਨੂੰ ਕੋਈ ਨਹੀਂ ਗੱਲ। ਇਸੇ ਤਰ੍ਹਾਂ ਜੇ ਪਤਨੀ ਆਂਦੀ ਹੈ ਵੀ ਜੇ ਮੇਰੇ ਪਤੀ ਨੇ ਪੀਲੇ ਦੀ ਥਾਂ ਤੇ ਲਾਲ ਪੱਗ ਬੰਨ੍ਹ ਲਈ ਹੈ ਤੇ ਕੋਈ ਨਹੀਂ ਗੱਲ। ਅਤੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ, ਇਹਨਾਂ ਨੂੰ ਲੈ ਕੇ ਬੇਸਵਾਦੀਆਂ ਵਧਾਈਏ ਨਾ ਆਪਸ ਵਿੱਚ। ਜਿਹੜੇ ਵਿਚਾਰਾਂ ਤੇ ਸਹਿਮਤ ਹੁੰਦੇ ਆ ਉਹਨਾਂ ਤੇ ਹੋ ਜਾਈਏ, ਜਿਹੜਾਂ ਤੇ ਨਹੀਂ ਹੁੰਦੇ ਉਹਨਾਂ ਚੋਂ ਜਿਹੜੇ ਜ਼ਰੂਰੀ ਨੇ ਉਹਨਾਂ ਤੇ ਸਹਿਮਤ ਹੋਣ ਦਾ ਯਤਨ ਕਰੀਏ। ਜਿਹੜੇ ਨਹੀਂ ਜ਼ਰੂਰੀ, ਘੱਟ ਜ਼ਰੂਰੀ ਨੇ, ਉਹਨਾਂ ਨੂੰ ਛੱਡ ਦਈਏ। ਚਲੋ ਕੋਈ ਨਹੀਂ ਗੱਲ। ਇੱਕ ਜਾਣੇ ਨੂੰ ਜਲੇਬੀਆਂ ਚੰਗੀਆਂ ਲੱਗਦੀਆਂ, ਦੂਜੇ ਨੂੰ ਪਕੌੜੇ ਚੰਗੇ ਲੱਗਦੇ ਨੇ। ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਹ ਆਪੋ ਆਪਣੀ ਥਾਲੀ 'ਚ ਕੁਝ ਵੀ ਰੱਖ ਕੇ ਖਾ ਲਾਂਗੇ ਤਾਂ ਕੋਈ ਨਹੀਂ ਗੱਲ, ਪਰ ਆਪਸ ਵਿੱਚ ਲੜੀਏ ਨਾ। ਸੋ ਜੇ ਵਿਆਹ ਕਰਾਉਣਾ ਤਾਂ ਵਿਆਹ ਕਰਾਉਣ ਤੋਂ ਪਹਿਲਾਂ ਇਹ ਗੱਲ ਪੱਕੀ ਆਪਣੇ ਬੱਚਿਆਂ ਦੇ ਮਨ ਵਿੱਚ ਬਿਠਾਓ ਕਿ ਵਿਆਹ ਸਿਰਫ ਕਾਮ ਇੱਛਾ ਪੂਰੀ ਕਰਨੀ ਨਹੀਂ, ਨਿਆਣੇ ਬਣਾਉਣ ਦੀ ਫੈਕਟਰੀ ਨਹੀਂ, ਇਹ ਜੀਵਨ ਦਾ ਸਾਥ ਹੈ। ਜਿਹੜਾ ਸਾਡੀ ਭਾਰਤੀ ਸੱਭਿਅਤਾ ਅਨੁਸਾਰ ਅੱਗ ਦੁਆਲੇ ਫੇਰੇ ਲਏ ਜਾਂਦੇ ਨੇ ਕਿ ਜਿੰਨਾ ਚਿਰ ਸਰੀਰ ਅੱਗ ਵਿੱਚ ਨਹੀਂ ਪੈ ਜਾਂਦਾ ਉਹਨਾਂ ਚਿਰ ਵੱਖਰੇ ਨਹੀਂ ਹੋਣਾ, ਉਹਦਾ ਕੋਈ ਅਰਥ ਤੱਤ ਹੈ। ਉਹਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਪਤੀ ਪਤਨੀ ਦੀਆਂ ਨਾਰਾਜ਼ਗੀਆਂ ਹੋਣੀਆਂ ਹੀ ਨੇ, ਗਲਤੀਆਂ ਹੋਣੀਆਂ ਹੀ ਨੇ ਦੋਵੇਂ ਪਾਸੇ। ਗਲਤੀਆਂ ਹੋਈਆਂ ਤੋਂ ਵੀ ਇਕੱਠੇ ਰਹਿਣਾ ਤੇ ਦੂਸਰੇ ਦੀਆਂ ਹੋਈਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰਨਾ, ਲਾਂਭੇ ਕਰਨਾ, ਕੌੜਾ ਘੁੱਟ ਭਰ ਕੇ ਫਿਰ ਵੀ ਖੁਸ਼ ਰਹਿਣ ਦਾ ਯਤਨ ਕਰਨਾ ਅਤੇ ਜੀਵਨ ਚਲਾਉਣਾ ਅੱਗੇ। ਇਹ ਗੱਲਾਂ ਆਪਣੇ ਬੱਚਿਆਂ ਦੇ ਮਨ ਵਿੱਚ ਬਿਠਾਓ ਤਾਂ ਉਹਨਾਂ ਦਾ ਵਿਆਹ ਕਰੋ। ਇਸ ਵਾਸਤੇ ਨਾ ਕਰੋ ਕਿ ਉਹ ਸਾਰੇ ਸਾਡੇ ਵੱਡੇ ਕਰਦੇ ਰਹੇ ਨੇ ਤੇ ਸਾਰੇ ਪਿੰਡ ਨੇ ਕੀਤਾ, ਮੈਂ ਵੀ ਕਰਨਾ। ਬੱਲੇ ਬੱਲੇ, ਬੜੀ ਵੱਡੀ ਪਾਰਟੀ ਹੋਈ, ਬੜੀਆਂ ਖੁਸ਼ੀਆਂ ਮਨਾਈਆਂ। 4 ਦਿਨ ਨਹੀਂ ਲੰਘੇ ਤੇ ਜੁੱਤੀ ਹੋ ਕੇ ਕਚਹਿਰੀ ਚਲੇ ਗਏ, ਕੋਈ ਪੁਲਿਸ ਚਲਾ ਗਿਆ, ਕਦੀ ਕੁੜੀ ਮਰ ਗਈ, ਕਦੀ ਮੁੰਡਾ ਮਰ ਗਿਆ ਜ਼ਹਿਰ ਖਾ ਕੇ। ਇਸ ਵਾਸਤੇ ਵਿਆਹ ਨਹੀਂ ਕਰਨਾ। ਵਿਆਹ ਇਸ ਵਾਸਤੇ ਕਰਨਾ ਕਿ ਜੀਵਨ ਭਰ ਬੱਚੇ ਸਾਡੇ ਖੁਸ਼ੀ ਰਹਿਣ। ਅਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਅੱਗੋਂ ਬੱਚੇ ਬਣਾਉਣ, ਉਹਨਾਂ ਦਾ ਆਪਣਾ ਜੀਵਨ ਸੁਖੀ ਰਹਿਣਾ ਚਾਹੀਦਾ। ਆਪਣੇ ਦੇਸ਼ ਦੀ ਜਨਸੰਖਿਆ ਤਾਂ ਅੱਗੇ ਹੀ ਬੜੀ ਹੈ, ਹੋਰ ਨਿਆਣੇ ਬਣਾ ਕੇ ਆਪਾਂ ਗਿਣਤੀ ਕਿਉਂ ਵਧਾਉਣੀ ਹੈ? ਫਿਰ ਆਖਣਾ ਜੀ ਕਿ ਉਹ ਰੋਟੀ ਨਹੀਂ ਚੰਗੀ ਮਿਲਦੀ ਹੈਗੀ, ਨੌਕਰੀ ਨਹੀਂ ਮਿਲਦੀ, ਸਰਕਾਰ ਨੌਕਰੀਆਂ ਕਿੱਥੋਂ ਦੇਵੇ ਇੰਨੇ ਅਰਬਾਂ ਨੂੰ। ਸੋ ਇਸ ਕਰਕੇ ਵਿਚਾਰਵਾਨ ਬਣੋ ਅਤੇ ਮੇਰੀਆਂ ਇਹਨਾਂ ਬੇਨਤੀਆਂ ਤੇ ਉਚੇਚ ਨਾਲ ਧਿਆਨ ਦਿਓ ਕਿ ਆਪਣੇ ਬੱਚੇ ਵਿਆਹੁਣ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਵਿਚਾਰੋ। ਔਰ ਨਵੀਂ ਪੀੜ੍ਹੀ ਜਿਹੜੀ ਪੜ੍ਹੀ ਲਿਖੀ ਹੈ ਉਹ ਵੀ ਮੇਰੀਆਂ ਗੱਲਾਂ ਨੂੰ ਵਿਚਾਰ ਕੇ ਤਾਂ ਹੀ ਵਿਆਹ ਕਰਵਾਓ, ਜੇ ਤੁਸੀਂ ਦੁੱਖ ਸੁੱਖ ਵਿੱਚ ਨਿਭਾ ਸਕਣੀ ਹੈ। ਤੇ ਜੇ ਨਹੀਂ ਨਿਭਾ ਸਕਣੀ, ਦੁਖੀ ਹੋਣਾ ਮੁੜ ਕੇ, ਫਿਰ ਵਿਆਹ ਆਪਾਂ ਕਾਹਦੇ ਲਈ ਕਰਵਾਉਣਾ? ਸੋ ਸਾਧ ਸੰਗਤ ਜੀ, ਹੁਣ ਸਾਰੇ ਹੀ ਆਖੋ ਧੰਨ ਸਤਿਗੁਰੂ ਹਰਿਕ੍ਰਿਸ਼ਨ ਜੀ। ਸਤਿ ਸ੍ਰੀ ਅਕਾਲ। 21 ਸਤੰਬਰ 2021 ਜਪ ਪ੍ਰਯੋਗ ਮੇਲਾ ਜੀਵਨ ਨਗਰ। ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰਿਆਂ ਦਾ ਇਹ ਜੀ ਕਰਦਾ ਕਿ ਸਾਡੇ ਬੱਚੇ ਪੱਕੇ ਗੁਰਸਿੱਖ ਬਣਨ ਅਤੇ ਜਿਹੋ ਜੀ ਸਾਡੀ ਸ਼ਰਧਾ ਇਹੋ ਜੀ ਹੋਵੇ ਜਾਂ ਇਸ ਤੋਂ ਵੀ ਵਧੀਆ ਸ਼ਰਧਾ ਹੋਵੇ। ਸੋ ਇਸ ਕਰਕੇ ਇਹ ਜੀ ਕਰਨਾ ਇੱਕ ਹੋਰ ਗੱਲ ਹੈ, ਪਰ ਉਹ ਤੁਹਾਡੀ ਇੱਛਾ ਪੂਰੀ ਹੋਣੀ ਇੱਕ ਬਿਲਕੁਲ ਵੱਖਰੀ ਗੱਲ ਹੈ। ਆਪ ਜੀ ਬਹੁਤਿਆਂ ਨੇ ਇਹ ਕਦੀ ਨਹੀਂ ਵਿਚਾਰਿਆ ਕਿ ਸਾਡੀ ਇਸ ਤਰ੍ਹਾਂ ਦੀ ਸ਼ਰਧਾ ਕਿਉਂ ਬਣੀ, ਸਾਡੇ ਅੰਦਰ ਸਿੱਖੀ ਦੀ ਦ੍ਰਿੜਤਾ ਕਿਉਂ ਆਈ। ਆਪ ਜੀ ਨੇ ਅੱਜ ਤੱਕ ਇਹ ਗੱਲ ਨਹੀਂ ਵਿਚਾਰੀ ਕਦੀ ਵੀ। ਅੱਜ ਵੀ ਸੋਚਣ ਦੀ ਲੋੜ ਹੈ। ਆਪ ਜੀ ਸਾਰਿਆਂ ਦੇ ਅੰਦਰ ਸਿੱਖੀ ਦੀ ਦ੍ਰਿੜਤਾ ਜਾਂ ਜੋ ਵੀ ਤੁਹਾਡੇ ਅੰਦਰ ਸ਼ਰਧਾ ਬਣੀ ਹੋਈ ਹੈ, ਉਹ ਵਿਚਾਰ ਤੁਹਾਡੇ ਤਾਂ ਬਣੇ, ਤੁਸੀਂ ਉਸ ਵਾਤਾਵਰਨ ਵਿੱਚ ਜੰਮੇ ਪਲੇ। ਮਾਤਾ ਪਿਤਾ, ਰਿਸ਼ਤੇਦਾਰ, ਮਾਮੇ ਮਾਮੀਆਂ, ਮਾਸੀਆਂ, ਸਾਰੇ ਹੀ ਅਤੇ ਸਾਰਾ ਮਾਹੌਲ ਉਹ ਉਸ ਵੇਲੇ ਸ਼ਰਧਾ ਬਣਾਉਣ ਵਾਲਾ ਸੀ ਤੇ ਸ਼ਰਧਾ ਨੂੰ ਦ੍ਰਿੜ ਕਰਨ ਵਾਲਾ ਸੀ। ਅੱਜ ਉਹ ਸਾਰਾ ਕੁਝ ਬਦਲ ਚੁੱਕਿਆ। ਆਪ ਜੀ ਨੇ ਸ਼ਾਇਦ ਧਿਆਨ ਨਹੀਂ ਕੀਤਾ ਹੋਵੇਗਾ। ਜਿਸ ਸਮੇਂ ਵਿੱਚ ਆਪ ਜੀ ਸਾਰਿਆਂ ਦਾ ਜਨਮ ਹੋਇਆ, ਪਾਲਣਾ ਪੋਸਣਾ ਹੋਈ,
ਉਸ ਸਮੇਂ ਦੇ ਵਿੱਚ ਛੋਟੇ ਛੋਟੇ ਪਿੰਡ ਹੁੰਦੇ ਸੀ, ਉਹਦੇ ਚ ਗੁਰਦੁਆਰੇ ਸੀ। ਸੰਗਤ ਨੇ ਗੁਰਦੁਆਰੇ ਹਰ ਰੋਜ਼ ਜਾਣਾ ਹੁੰਦਾ ਸੀ, ਨਹੀਂ ਹਫ਼ਤੇ ਬਾਅਦ, ਮੱਸਿਆ ਪੁੰਨਿਆ, ਛੋਟੇ ਛੋਟੇ ਮੇਲਿਆਂ ਤੇ ਹਰ ਵੇਲੇ ਤੁਰੇ ਹੀ ਰਹਿਣਾ ਹੈ। ਔਰ ਭੈਣੀ ਸਾਹਿਬ ਮੇਲਾ, ਜੀਵਨ ਨਗਰ ਮੇਲਾ, ਹੋਰ ਥਾਂ ਥਾਂ ਤੇ ਧਾਰਮਿਕ ਪ੍ਰਚਾਰ, ਸਿੱਖੀ ਦਾ ਪ੍ਰਚਾਰ ਹੁੰਦਾ ਸੀ। ਹਰ ਪਾਸੇ ਚਾਰ ਚਫੇਰਿਆਂ ਤੋਂ ਉਸ ਭਾਵਨਾ ਦੀ ਬੌਛਾੜ ਹੁੰਦੀ ਸੀ, ਇੰਨੀ ਵਾਛੜ ਹੁੰਦੀ ਸੀ ਸ਼ਰਧਾ ਪੱਕੀ ਕਰਨ ਵਾਲੀਆਂ ਗੱਲਾਂ ਦੀ ਕਿ ਆਪਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ, ਪਰ ਉਹ ਜਿਹੜੀ ਵਰਖਾ ਹੁੰਦੀ ਸੀ ਉਹ ਸਾਡੇ ਅੰਦਰ ਲੰਘਦੀ ਜਾਂਦੀ ਸੀ। ਅੱਜ ਉਹ ਮਾਹੌਲ ਨਹੀਂ ਰਹਿ ਗਿਆ। ਅੱਜ ਬੜੇ ਮਾਡਲ ਸਕੂਲ, ਪ੍ਰਾਈਵੇਟ ਸਕੂਲ, ਵਧੀਆ ਵਧੀਆ ਸਕੂਲ ਬਣ ਗਏ, ਉੱਥੇ ਵਿੱਦਿਆ ਦਾ ਬੜਾ ਵਧੀਆ ਪ੍ਰਬੰਧ ਹੋ ਗਿਆ। ਉਹ ਜਿਹੜਾ ਵਧੀਆ ਪ੍ਰਬੰਧ ਹੋਇਆ, ਉਹ ਵਧੀਆ, ਜਿਵੇਂ ਸਾਡੇ ਐਲੋਪੈਥੀ ਦੀਆਂ ਦਵਾਈਆਂ ਬੜੀਆਂ ਵਧੀਆ ਹੁੰਦੀਆਂ ਨੇ, ਪਰ ਉਹਦੇ ਵਿੱਚੋਂ ਕਈ ਦਵਾਈਆਂ ਦੇ ਸਾਈਡ ਇਫੈਕਟ ਏਡੇ ਹੁੰਦੇ ਨੇ ਕਿ ਉਦੋਂ ਕਈ ਗੁਣਾ ਵਧੀਆ ਹੋ ਜਾਂਦੇ ਨੇ, ਫਿਰ ਉਹਨਾਂ ਦਾ ਨੁਕਸਾਨ ਵੀ ਵਧੀਆ ਹੋ ਜਾਂਦੇ ਨੇ। ਉਹ ਇਸ ਤਰ੍ਹਾਂ ਦਾ ਕੁਛ ਹੀ ਸਾਡੀ ਜਿਹੜੀ ਵਿਦਿਅਕ ਪ੍ਰਣਾਲੀ ਹੈ ਅੱਜ ਕੱਲ੍ਹ ਦੀ, ਉਹਨੇ ਕਰ ਦਿੱਤਾ। ਰਹਿੰਦੀ ਕਸਰ ਮੀਡੀਆ ਤੇ, ਅੱਗੋਂ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਆ ਗਿਆ, ਟੀਵੀ, ਰੇਡੀਓ, ਮੋਬਾਈਲ ਨੇ ਫੱਟੇ ਹੀ ਚੱਕ ਦਿੱਤੇ ਨੇ। ਸੋ ਇਸ ਕਰਕੇ ਉਹ ਸਾਰਾ ਕੁਛ ਹੀ ਬਦਲਣ ਕਰਕੇ ਅੱਗੋਂ ਬੱਚਿਆਂ ਦੀ ਸ਼ਰਧਾ ਨਹੀਂ ਬਣ ਰਹੀ ਤੇ ਨਹੀਂ ਬਣੇਗੀ। ਤੁਸੀਂ ਜਿੰਨਾ ਮਰਜ਼ੀ ਆਖੀ ਜਾਓ ਕਾਕਾ ਨਾਮ ਜਪ, ਬਾਣੀ ਪੜ੍ਹ ਕਾਕਾ, ਗੁਰੂ ਤੇ ਸ਼ਰਧਾ ਰੱਖੋ, ਉਹਦਾ ਮੈਂ ਕਿਉਂ ਰੱਖਾਂ, ਉਹਦਾ ਕੀ ਜਵਾਬ ਹੈ? ਕੋਈ ਜਵਾਬ ਨਹੀਂ ਤੁਹਾਡੇ ਕੋਲ। ਕਿਉਂਕਿ ਆਪਾਂ ਨੂੰ ਨਿਰਾਪੁਰਾ ਇਹ ਕਹਿਣ ਨਾਲ ਨਹੀਂ, ਆਪਾਂ ਨੂੰ ਇਹ ਆਦਤ ਪਈ, ਸਾਨੂੰ ਇਹ ਕਥਾਵਾਂ ਸੁਣਾਈਆਂ ਗਈਆਂ। ਉਹਨੇ ਨਾਮ ਜਪਿਆ ਫਲਾਣੇ ਨੇ, ਫਿਰ ਉਹਨੇ ਬਾਣੀ ਦਾ ਪਾਠ ਕੀਤੇ, ਉਹਨੇ ਸੇਵਾ ਕੀਤੀ, ਸਤਿਗੁਰੂ ਜੀ ਨੇ ਉਹਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੱਤੀਆਂ। ਇਹ ਸੁਣ ਸੁਣ ਕੇ ਵਾਰੀ ਵਾਰੀ ਤਾਂ ਹੀ ਸ਼ਰਧਾ ਬਣਦੀ ਹੈ। ਜਿਵੇਂ ਇੱਕ ਪ੍ਰਸੰਗ ਸੰਤ ਗੁਰਦੀਪ ਸਿੰਘ ਜਹੇਦਾਰ ਸੁਣਾਉਂਦੇ ਹੁੰਦੇ ਨੇ, ਕੋਈ ਸਿੱਖ 10ਵੇਂ ਪਾਤਸ਼ਾਹ ਦੇ ਕੋਲ ਗਿਆ ਸੀ, ਉੱਥੋਂ ਜਦੋਂ ਵਾਪਸ ਆਇਆ, ਉੱਥੇ ਕੁਛ ਕੌਤਕ ਵੇਖਿਆ, ਤੇ ਜਦੋਂ ਵਾਪਸ ਆਇਆ ਬੜਾ ਨਿਮੋ ਝੂਣਾ ਹੋਇਆ ਸੀ। ਰਸਤੇ ਵਿੱਚ ਉਹਨੂੰ ਕੋਈ ਹੋਰ ਸਿੱਖ ਮਿਲਿਆ, ਉਹਨੇ ਪੁੱਛਿਆ ਕਿੱਥੋਂ ਆਇਆ? ਆਂਦਾ ਗੁਰੂ ਕੋਲ ਗਿਆ ਸਾਂ, ਉੱਥੋਂ ਨੇ ਖੁਸ਼ੀਆਂ ਆ ਕੇ ਮੈਨੂੰ ਤੋੜ ਦਿੱਤਾ, ਤੇ ਬਾਕੀ ਦਿੱਤਾ ਕੁਛ ਨਹੀਂ, ਕੋਈ ਗੱਲ ਨਹੀਂ ਖਾਸ ਕੀਤੀ। ਉਹ ਆਂਦਾ ਭਾਈ ਤੂੰ ਖੁਸ਼ੀਆਂ ਮੈਨੂੰ ਦੇ ਦੇ ਤੇ ਤੂੰ ਇੰਨੇ ਪੈਸੇ ਤੂੰ ਲੈ ਲਾ। ਉਹ ਆਂਦਾ ਵੀ ਠੀਕ ਹੈ, ਮੈਂ ਸੁੱਕੀਆਂ ਖੁਸ਼ੀਆਂ ਤੋਂ ਕੀ ਕਰਵਾਉਣਾ। ਜਿਹੜਾ ਪਹਿਲਾ ਸਿੱਖ ਸੀ ਉਹਨੇ ਗੁਰੂ ਦੀਆਂ ਖੁਸ਼ੀਆਂ ਉਹਨੂੰ ਵੇਚ ਦਿੱਤੀਆਂ। ਜਦੋਂ ਉਹ ਘਰ ਆਇਆ ਤੇ ਘਰ ਵਾਲੀ ਬੜੀ ਰੋਣ ਧੋਣ ਲੱਗ ਪਈ। ਉਹਨੇ ਘਰ ਵਾਲੀ ਨੂੰ ਪੁੱਛਿਆ ਹੋਇਆ ਕੀ ਹੈ? ਉਹ ਆਂਦੀ ਇਸ ਦਿਨ ਇੰਨੇ ਵੱਜ ਕੇ ਇੰਨੇ ਮਿੰਟ ਤੇ ਸਾਡੇ ਘਰ ਦੇ ਭਾਂਡੇ ਸਾਰੇ ਹੀ ਸੋਨੇ ਦੇ ਹੋ ਗਏ ਸੀ, ਤੇ ਫੇਰ ਰਖੇ। ਉਹਨੇ ਆਖਿਆ ਮੁੜ ਕੇ ਉਸ ਤੋਂ ਇੰਨੇ ਦਿਨ ਬਾਅਦ, ਇੰਨੇ ਘੰਟੇ, ਇੰਨੇ ਮਿੰਟਾਂ ਤੇ ਸਾਰੇ ਹੀ ਭਾਂਡੇ ਫੇਰ ਉਸੇ ਤਰ੍ਹਾਂ ਹੀ ਹੋ ਗਏ, ਪਿੱਤਲ ਦੇ ਹੋ ਗਏ ਨੇ। ਤੇ ਇਹ ਕੀ ਹੋਇਆ? ਤੂੰ ਕੀ ਕੀਤਾ? ਉਹ ਆਂਦਾ ਮੈਂ ਤਾਂ ਕੁਛ ਨਹੀਂ ਕੀਤਾ। ਉਹਨੇ ਆਖਿਆ ਨਹੀਂ ਗੱਲ ਕੋਈ ਜ਼ਰੂਰ ਹੈਗੀ ਆ। ਹੌਲੀ ਹੌਲੀ ਉਹਨੂੰ ਗੱਲ ਯਾਦ ਆਈ ਕਿ ਮੈਨੂੰ ਤਾਂ ਗੁਰੂ ਦੀਆਂ ਖੁਸ਼ੀਆਂ ਮਿਲੀਆਂ ਸੀ, ਤੇ ਤਾਂ ਇਸ ਤਰ੍ਹਾਂ ਹੋਇਆ, ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਵਜੇ ਮੈਂ ਗੁਰੂ ਦੀਆਂ ਖੁਸ਼ੀਆਂ ਵੇਚ ਦਿੱਤੀਆਂ ਸੀ। ਸੋ ਸਾਧ ਸੰਗਤ ਜੀ, ਐਸੇ ਬਚਨ ਸੁਣਾਏ ਗਏ ਆਪਾਂ ਨੂੰ, ਐਸੀਆਂ ਕਥਾਵਾਂ ਸੁਣਾਈਆਂ ਗਈਆਂ। ਇੱਕ ਵਾਰੀ ਨਹੀਂ, ਬੜੀ ਵਾਰੀ ਬੜੀਆਂ ਹੀ ਕਥਾਵਾਂ ਲਗਾਤਾਰ ਸੁਣਾਈਆਂ ਗਈਆਂ। ਉਹਨਾਂ ਕਥਾਵਾਂ ਦੀ ਸਾਡੇ ਅੰਦਰ ਸੁਣ ਕੇ ਇੱਕ ਗੰਢ ਵੱਜੀ, ਉਹਦੇ ਨਾਲ ਸਾਡੀ ਸ਼ਰਧਾ ਬਣੀ ਤੇ ਸ਼ਰਧਾ ਦ੍ਰਿੜ ਹੋਈ ਕਿ ਸਾਡਾ ਗੁਰੂ ਜਿਹੜਾ ਉਹ ਖੁਸ਼ੀਆਂ ਦਿੰਦਾ ਤਾਂ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ। ਸੋ ਉਹਦੇ ਨਾਲ ਸਾਡੇ ਅੰਦਰ ਸਿੱਖੀ ਦੀ ਭਾਵਨਾ ਦ੍ਰਿੜ ਹੋ ਗਈ। ਜਿੰਨੀ ਕੁ ਸਾਡੇ ਅੰਦਰ ਦ੍ਰਿੜ ਹੈਗੀ, ਉਹ ਐਸੀਆਂ ਕਥਾਵਾਂ ਦੇ ਨਾਲ ਹੀ ਹੋਈ ਹੈ। ਸਤਿਗੁਰੂ ਜੋ ਕਰਦਾ ਉਹ ਠੀਕ ਕਰਦਾ ਹੈ, ਉਹਦੀ ਰਜ਼ਾ ਹੈ, ਗੁਰੂ ਤੇ ਕਿੰਤੂ ਪਰੰਤੂ ਨਹੀਂ ਕਰੀਦਾ, ਆਦ ਐਸੇ ਬਚਨ ਸਾਨੂੰ ਵਾਰ-ਵਾਰ ਸੁਣਾਏ ਗਏ। ਪਰੰਤੂ ਅੱਜ ਤਾਂ ਸਮਾਂ ਬਦਲ ਚੁੱਕਿਆ। ਅੱਜ ਸਮਾਂ ਬਦਲ ਚੁੱਕਿਆ ਤੇ ਸਮੇਂ ਨਾਲ ਸਾਨੂੰ ਵੀ ਬਦਲਣ ਦੀ ਲੋੜ ਹੈ। ਇਸ ਕਰਕੇ ਆਪ ਜੀ ਜੇ ਆਪਣੇ ਬੱਚਿਆਂ ਨੂੰ ਸਿੱਖ ਰੱਖਣਾ ਚਾਹੁੰਦੇ ਹੋ, ਸਿੱਖ ਬਣਾਉਣਾ ਚਾਹੁੰਦੇ ਹੋ, ਤਾਂ ਬੱਚਿਆਂ ਦੇ ਕੋਲ ਬੈਠ ਕੇ ਆਪਣੇ ਸਤਿਗੁਰੂ ਜੀ ਦੀਆਂ ਸਾਖੀਆਂ ਸੁਣਾਇਆ ਕਰੋ। ਬੱਚੇ ਪੱਕਾ ਹੀ ਉਹਨਾਂ ਸਾਖੀਆਂ ਤੋਂ ਪ੍ਰਭਾਵਿਤ ਹੋਣਗੇ।
ਅਤੇ ਘਰਾਂ 'ਚ ਬੈਠ ਕੇ ਸਤਿਗੁਰੂ ਜੀ ਦੀ ਨਿੰਦਿਆ ਨਾ ਕਰਿਆ ਕਰੋ, ਗੁਰੂ ਜੀ ਦੇ ਵਿਰੁੱਧ ਕੋਈ ਗੱਲ ਨਾ ਕਰਿਆ ਕਰੋ ਬੱਚਿਆਂ ਦੇ ਸਾਹਮਣੇ, ਜਿਹਦੇ ਨਾਲ ਬੱਚਿਆਂ ਦੀ ਸ਼ਰਧਾ ਘਟੇ। ਆਪ ਜੀ ਨੇ ਇਸ ਗੱਲ ਤੇ ਧਿਆਨ ਨਹੀਂ ਕੀਤਾ। ਜੇ ਬੱਚਿਆਂ ਦੀ ਸ਼ਰਧਾ ਬਣਾਉਣੀ ਹੈ ਤਾਂ ਬੱਚਿਆਂ ਦੇ ਸਾਹਮਣੇ ਇਹ ਨਾ ਕਹੋ ਕਿ ਗੁਰੂ ਪ੍ਰਤਾਪ ਸਿੰਘ ਨੇ ਆਹ ਕੀਤਾ ਸੀ, ਗੁਰੂ ਜਗਜੀਤ ਸਿੰਘ ਨੇ ਆਹ ਕੀਤਾ ਸੀ। ਐਸੇ ਬਚਨ ਨਾ ਕਰੋ, ਤੇ ਬਚਨ ਉਹ ਕਰੋ ਜਿਹਦੇ ਨਾਲ ਬੱਚਿਆਂ ਦੀ ਸ਼ਰਧਾ ਵੱਜ ਸਕੇ ਜਾਂ ਬੱਝੀ ਹੋਈ ਸ਼ਰਧਾ ਦ੍ਰਿੜ ਹੋ ਸਕੇ। ਅੱਜ ਇੰਨੀਆਂ ਕੁ ਬੇਨਤੀਆਂ ਕਰਕੇ ਮੈਂ ਸਮਾਪਤ ਕਰਦਾ। ਇੱਕ ਗੱਲ ਪੱਕੀ ਪੱਲੇ ਬੰਨ ਲਓ, ਕਿਸੇ ਦੀ ਵੀ ਸ਼ਰਧਾ ਬਣਾਉਣ ਵਾਸਤੇ ਜਾਂ ਉਹਨੂੰ ਦ੍ਰਿੜ ਕਰਨ ਵਾਸਤੇ ਇਹ ਅਤਿਅੰਤ ਜ਼ਰੂਰੀ ਹੈ ਕਿ ਜਿਹਦੀ ਵੀ ਤੁਸੀਂ ਸ਼ਰਧਾ ਬਣਾਉਣੀ ਚਾਹੁੰਦੇ ਹੋ ਉਹਨੂੰ ਆਪਣੇ ਗੁਰੂ ਦੀਆਂ ਕਰਾਮਾਤਾਂ ਦੀਆਂ ਸਾਖੀਆਂ ਸੁਣਾਓ। ਸਤਿਗੁਰੂ ਰਾਮ ਸਿੰਘ ਨੇ ਚੀਨੀ ਘੋੜੀ ਤੇ ਜਾ ਕੇ ਸ਼ੇਰ ਤੋਂ ਬਚਾ ਲਿਆ ਭਾਈ ਰਾਏ ਸਿੰਘ ਨੂੰ, 10ਵੇਂ ਪਾਤਸ਼ਾਹ ਨੇ ਆਹ ਕਿਰਪਾ ਕੀਤੀ, ਪਹਿਲੀ ਪਾਤਸ਼ਾਹੀ ਨੇ ਆਹ ਕੀਤੀ। ਇਹ ਇਸ ਤਰ੍ਹਾਂ ਦੇ ਬਚਨ ਸੁਣਾਉਂਦੇ ਰਿਹਾ ਕਰੋ। ਨਵੇਂ ਢੰਗ ਸਿਰ ਨਵੀਆਂ ਗਾਚੀਆਂ ਸਾਬਣ ਦੀਆਂ ਆਈਆਂ ਨੇ, ਜਿਵੇਂ ਉਹਨਾਂ ਨੂੰ ਨਵੇਂ ਹੀ ਉਹਨਾਂ ਦੇ ਉੱਪਰ ਕਾਗਜ਼ ਆ ਗਏ ਨੇ ਲੱਗਣ ਵਾਲੇ। ਇਸੇ ਤਰ੍ਹਾਂ ਆਪਾਂ ਵੀ ਜਦੋਂ ਸ਼ਰਧਾ ਦੀਆਂ ਗੋਲੀਆਂ ਦੇਵਾਂਗੇ ਤਾਂ ਉਹਨਾਂ ਦਾ ਇਸ ਤਰ੍ਹਾਂ ਦਾ ਪ੍ਰਭਾਵ ਹੋਣਾ ਚਾਹੀਦਾ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਗੋਲੀ ਖਾ ਰਿਹਾ। ਸੋ ਇਹ ਕਰੋ। ਸੱਚੇ ਪਾਤਸ਼ਾਹ ਕਿਰਪਾ। ਸਾਧ ਬਚਨ ਅਟਲਾਦਾ, ਗੁਰਬਾਣੀ ਵਿੱਚ ਲਿਖਿਆ ਹੋਇਆ ਹੈ, ਸਾਧ ਬਚਨ ਅਟਲਾਦਾ। ਨਾਮ ਜਪਣ ਵਾਲੇ, ਜਪਾਉਣ ਵਾਲੇ, ਕੀਰਤਨ ਕਰਨ ਅਤੇ ਕਰਵਾਉਣ ਵਾਲੇ, ਸ਼ੁਭ ਉਪਦੇਸ਼ਕ ਸਾਧੂ ਮਹਾਤਮਾ ਸੰਤ ਜਨ ਜਿਹੜੇ ਨੇ, ਗੁਰਬਾਣੀ ਅਨੁਸਾਰ ਉਹਨਾਂ ਦਾ ਕੀਤਾ ਹੋਇਆ ਬਚਨ ਅਟਲ ਹੁੰਦਾ, ਉਹ ਟਲਦਾ ਨਹੀਂ। ਉਹਨਾਂ ਦੇ ਦਿੱਤੇ ਵਰ ਲੱਗਦੇ ਨੇ। ਇੱਕ ਤਾਜ਼ੀ ਘਟਨਾ ਦਾ ਮੈਨੂੰ ਕੱਲ ਹੀ ਪਤਾ ਲੱਗਾ। ਇੱਥੇ ਅਮਰੀਕਾ ਵਿੱਚ ਇੱਕ ਬੀਬੀ ਜੀ ਕੱਲ ਮਿਲੇ, ਜਿਨ੍ਹਾਂ ਨੇ ਆਪਣੀ ਹੱਡਬੀਤੀ ਸੁਣਾਈ ਕਿ ਕਿਵੇਂ ਸੰਤਾਂ ਨੇ ਕਿਰਪਾ ਕੀਤੀ ਅਤੇ ਉਹਨਾਂ ਦੇ ਪਤੀ ਜੀ ਦੀ ਜਾਨ ਬਚੀ। ਸਰਦਾਰ ਜਸਵਿੰਦਰ ਸਿੰਘ ਜੀ ਨੇ ਇੱਥੇ ਰਹਿੰਦੇ ਅਮਰੀਕਾ ਵਿੱਚ, ਉਹ ਬਿਮਾਰ ਹੋ ਗਏ, ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਹਾਰਟ ਅਟੈਕ ਹੋਏ ਤੋਂ ਫੋਨ ਕੀਤਾ, ਐਂਬੂਲੈਂਸ ਆ ਗਈ। ਐਂਬੂਲੈਂਸ ਵਿੱਚ ਜਿਹੜੇ ਡਾਕਟਰ ਆਏ, ਉਹਨਾਂ ਡਾਕਟਰਾਂ ਨੇ ਉਹਨਾਂ ਨੂੰ ਵਿੱਚ ਪਾਉਣ ਲੱਗਿਆਂ ਹੀ ਐਂਬੂਲੈਂਸ ਤੇ ਕਹਿਤਾ ਕਿ ਇਹ ਨਹੀਂ ਬਚ ਸਕਦੇ, 5 ਮਿੰਟ ਦੇ ਵਿੱਚ ਖਤਮ ਹੋ ਜਾਣਗੇ। ਚਲੋ 5 ਮਿੰਟ ਵੀ ਲੰਘ ਗਏ, ਗੁਰੂ ਨੇ ਕਿਰਪਾ ਕੀਤੀ। ਜਦੋਂ ਹਸਪਤਾਲ ਪਹੁੰਚ ਗਏ, ਹਸਪਤਾਲ ਵਾਲੇ ਜਿਹੜੇ ਵੱਡੇ ਡਾਕਟਰ ਸੀ, ਉਹਨਾਂ ਨੇ ਵੀ ਆਪਣੀਆਂ ਮਸ਼ੀਨਾਂ ਲਾ ਕੇ ਕਹਿ ਦਿੱਤਾ ਕਿ ਇਹ ਨਹੀਂ ਬਚ ਸਕਦੇ, 5 ਮਿੰਟ ਦੇ ਅੰਦਰ ਅੰਦਰ ਖਤਮ ਹੋ ਜਾਣਗੇ। ਦੂਸਰੇ ਪਾਸੇ ਉਹਨਾਂ ਨੇ ਬੀਬੀ ਤੀਰਥ ਕੌਰ ਜੀ ਨੇ, ਉਹਨਾਂ ਨੇ ਇੱਕ ਪਹੁੰਚੇ ਹੋਏ ਸੰਤ ਜੈਮਲ ਸਿੰਘ ਜੀ ਨੇ ਭਾਰਤ ਵਿੱਚ ਪਟਿਆਲੇ ਕੋਲ, ਉਹਨਾਂ ਨੂੰ ਬੇਨਤੀ ਕੀਤੀ। ਸੰਤਾਂ ਨੂੰ ਉਹਨਾਂ ਨੇ ਦੱਸਿਆ ਜੀ ਕਿ ਆਹ ਘਟਨਾ ਹੋ ਗਈ ਹੈ। ਸੰਤ ਜੀ ਨੇ ਧਿਆਨ ਧਰ ਕੇ ਸੰਤ ਜੀ ਨੇ ਬਚਨ ਕੀਤਾ ਵਾਪਸ ਕਿ ਤੇਰੇ ਪਤੀ ਨੂੰ ਕੁਛ ਨਹੀਂ ਹੁੰਦਾ, ਤੀਸਰੇ ਦਿਨ ਨੂੰ ਉਹ ਘਰ ਆ ਜਾਵੇਗਾ। ਸਾਧ ਸੰਗਤ ਜੀ ਦੇਖੋ ਕਿੱਡਾ ਵੱਡਾ ਫਰਕ ਹੈ। ਪਹੁੰਚੇ ਹੋਏ ਵੱਡੇ ਵੱਡੇ ਡਾਕਟਰ ਹਸਪਤਾਲ ਦੇ ਵਿੱਚ ਵੱਡੀਆਂ ਮਸ਼ੀਨਾਂ ਲਾ ਕੇ ਟੈਸਟ ਕਰਵਾ ਕੇ ਸਾਰੇ ਉਹ ਕਹਿੰਦੇ ਨੇ ਕਿ ਨਹੀਂ, ਤੇਰਾ ਪਤੀ ਬਚ ਨਹੀਂ ਸਕਦਾ 5 ਮਿੰਟ ਤੋਂ ਵੱਧ। ਦੂਸਰੇ ਪਾਸੇ ਸੰਤ ਜੀ ਬਚਨ ਕਰਦੇ ਨੇ ਕਿ ਉਹ ਤੀਸਰੇ ਦਿਨ ਘਰ ਆ ਜਾਏਗਾ। ਸੰਤਾਂ ਨੇ ਕੋਈ ਮਸ਼ੀਨ ਨਹੀਂ ਲਾਈ, ਭਾਰਤ ਵਿੱਚ ਬੈਠੇ ਨੇ ਹਜ਼ਾਰਾਂ ਕਿਲੋਮੀਟਰ ਦੂਰ, ਉਹ ਉੱਥੋਂ ਬਚਨ ਕਰ ਦਿੰਦੇ ਨੇ। ਉਹ ਹੀ ਗੱਲ ਸੱਚੀ ਹੋਈ, ਸੰਤਾਂ ਦਾ ਬਚਨ ਪੂਰਾ ਹੋਇਆ। ਸੰਤ ਕਰਨੀ ਵਾਲੇ ਸੀ, ਪਹੁੰਚੇ ਹੋਏ ਸੀ, ਉਹਨਾਂ ਦੇ ਬਚਨ ਦੀ ਸਿੱਧੀ ਸੀ ਅਤੇ ਉਹਦੇ ਪਤੀ ਜੀ ਤੀਸਰੇ ਦਿਨ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਡਾਕਟਰਾਂ ਨੇ ਸਟੰਟ ਪਾ ਦਿੱਤੇ, ਨਾਲੀਆਂ ਖੋਲ ਕੇ ਵਿੱਚ ਸਟੰਟ ਪਾਏ ਉਹਦੇ, ਤੇ ਉਹਨਾਂ ਨੂੰ ਛੁੱਟੀ ਮਿਲ ਗਈ। ਜਿਹੜੇ ਡਾਕਟਰ ਕਹਿੰਦੇ ਸੀ ਕਿ ਤੂੰ ਬਚ ਹੀ ਨਹੀਂ ਸਕਦਾ, ਉਹਨਾਂ ਨੇ ਜਦੋਂ ਛੁੱਟੀ ਦਿੱਤੀ ਉਹਨੂੰ, ਤਾਂ ਡਾਕਟਰਾਂ ਨੇ ਉਹਨੂੰ ਆਖਿਆ ਕਿ ਤੂੰ ਵੀਲ ਚੇਅਰ ਤੇ, ਪਹੀਆਂ ਵਾਲੀ ਕੁਰਸੀ ਤੇ ਬੈਠ ਕੇ ਜਾਣਾ ਹੈ। ਉਹ ਕਹਿੰਦਾ, ਜਸਵਿੰਦਰ ਸਿੰਘ ਕਹਿੰਦਾ ਨਹੀਂ, ਮੈਂ ਤਾਂ ਤੁਰ ਕੇ ਜਾਣਾ। ਦੇਖੋ ਕਿੱਡੀ ਵੱਡੀ ਕਿਰਪਾ ਹੋਈ ਸੰਤਾਂ ਦੀ। ਉਹ ਕਹਿੰਦੇ ਨੇ ਕਿ ਮੈਂ ਤਾਂ ਤੁਰ ਕੇ ਜਾਣਾ ਹੈ। ਉਹ ਆਂਦੇ ਨੇ ਨਹੀਂ, ਸਾਡਾ ਨਿਯਮ ਹੈ, ਅਸੀਂ ਤੈਨੂੰ ਵੀਲ ਚੇਅਰ ਤੇ ਭੇਜਣਾ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਪ੍ਰਤੱਖ ਕਰਾਮਾਤ ਹੋਈ। ਉਹ ਬੀਬੀ ਜੀ ਦੇ ਨਾਲ ਹੱਡ ਬੀਤੀ, ਜਿਹਨੂੰ ਡਾਕਟਰਾਂ ਨੇ 5 ਮਿੰਟ ਦਾ ਸਮਾਂ ਦਿੱਤਾ ਸੀ,
ਉਹ ਅੱਜ ਕਿੰਨਾ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਠੀਕ ਠਾਕ ਜਿਉਂਦਿਆਂ ਨੂੰ ਅਤੇ ਵਧੀਆ ਆਪਣੀ ਕਿਰਿਆ ਸਾਧਦੇ ਨੇ, ਕਾਰ ਵਿਹਾਰ ਕਰਦੇ ਨੇ ਸਰਦਾਰ ਜਸਵਿੰਦਰ ਸਿੰਘ ਜੀ। ਫਿਰ ਉਸ ਤੋਂ ਉਪਰੰਤ ਡਾਕਟਰਾਂ ਨੇ ਕਿਹਾ ਕਿ 1.5 ਮਹੀਨੇ ਬਾਅਦ ਤੇਰਾ ਵੱਡਾ ਆਪਰੇਸ਼ਨ ਹੋਏਗਾ ਦਿਲ ਦਾ, ਤੇਰੀਆਂ ਨਾੜਾਂ ਬੰਦ ਨੇ, ਉਹ ਨਾੜਾਂ ਖੋਲਾਂਗੇ। ਉਹ ਘਰ ਆਏ, ਉਹਨਾਂ ਨੇ ਪਰਿਵਾਰ ਨੇ ਮਿਲ ਕੇ ਸਲਾਹ ਕਰਕੇ ਸਰਦਾਰ ਜਸਵਿੰਦਰ ਸਿੰਘ ਨੂੰ ਖਾਣਾ ਪੀਣਾ ਭੋਜਨ ਦਾ ਕੁਝ ਠੀਕ ਕੀਤਾ, ਭਾਰੀਆਂ ਤਲੀਆਂ ਚੀਜ਼ਾਂ ਬੰਦ ਕੀਤੀਆਂ ਅਤੇ ਉਹਨਾਂ ਨੇ ਥੋੜੀ ਹਲਕੀ ਵਰਜਿਸ਼ ਕਰਨੀ ਸ਼ੁਰੂ ਕੀਤੀ ਅਤੇ ਵਿਸ਼ੇਸ਼ ਰੂਪ ਦੇ ਵਿੱਚ ਇੱਕ ਮੱਕੀ ਦੇ ਦਾਣੇ ਜਿੰਨੀ ਹਲਦੀ ਕੋਸੇ ਪਾਣੀ ਵਿੱਚ ਲੈਣੀ ਸ਼ੁਰੂ ਕੀਤੀ। ਧਿਆਨ ਨਾਲ ਸੁਣਿਓ ਜੀ, ਕੋਸੇ ਪਾਣੀ ਵਿੱਚ ਮੱਕੀ ਦੇ ਦਾਣੇ ਜਿੰਨੀ ਹਲਦੀ ਪਾ ਕੇ ਅੱਧੇ ਗਲਾਸ ਵਿੱਚ ਘੋਲ ਕੇ ਸਵੇਰੇ ਨਿਰਨੇ ਪੇਟ ਉਹਨਾਂ ਨੇ ਛਕਣੀ ਸ਼ੁਰੂ ਕੀਤੀ। ਉਦੋਂ ਅੱਧਾ ਪੌਣਾ ਘੰਟਾ ਬਾਅਦ ਤੱਕ ਕੋਈ ਭੋਜਨ ਨਹੀਂ ਲੈਣਾ। 1.5 ਮਹੀਨਾ ਉਹ ਲਗਾਤਾਰ ਇਹ ਪੀਂਦਾ ਰਿਹਾ ਸਰਦਾਰ ਜਸਵਿੰਦਰ ਸਿੰਘ। ਜਦੋਂ 1.5 ਮਹੀਨੇ ਬਾਅਦ ਉਹਨਾਂ ਦੀ ਤਰੀਕ ਆਈ ਆਪਰੇਸ਼ਨ ਦੀ, ਵੱਡਾ ਉਹਨਾਂ ਦਾ ਆਪਰੇਸ਼ਨ ਜਿਸ ਵੇਲੇ ਹੋਣਾ ਸੀ, ਜਾ ਕੇ ਟੈਸਟ ਕਰਵਾਇਆ ਤਾਂ ਡਾਕਟਰ ਆਪ ਹੈਰਾਨ ਰਹਿ ਗਿਆ। ਡਾਕਟਰਾਂ ਦਾ ਤੇਰੀ ਤਾਂ ਨਾੜ ਬੰਦ ਹੀ ਕੋਈ ਨਹੀਂ, ਸਾਰੀਆਂ ਹੀ ਨਾੜਾਂ ਖੁੱਲੀਆਂ ਨੇ, ਆਪਰੇਸ਼ਨ ਤੇਰਾ ਕਾਹਦੇ ਲਈ ਕਰਨਾ? ਸਰਦਾਰ ਜਸਵਿੰਦਰ ਸਿੰਘ ਜੀ ਨੇ ਕਿਹਾ ਜੀ ਕਿ ਤੁਸੀਂ ਹੀ ਆਖਿਆ ਸੀ। ਉਹ ਕਹਿੰਦਾ ਨਹੀਂ, ਇਹ ਤੇ ਉਦੋਂ ਦੀ ਗੱਲ ਸੀ, ਅੱਜ ਤੇ ਤੂੰ ਠੀਕ ਹੈਗਾ। ਉਹ ਹੈਰਾਨ ਰਹਿ ਗਿਆ। ਡਾਕਟਰ ਉਹਨੂੰ ਪੁੱਛਿਆ ਕਿ ਤੂੰ ਕਾਹਦੇ ਨਾਲ ਠੀਕ ਹੋ ਗਿਆ? ਉਹਨਾਂ ਨੇ ਸਰਦਾਰ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਸੰਤ ਜੀ ਨੇ ਕਿਰਪਾ ਕੀਤੀ ਹੈ ਅਤੇ ਮੈਂ ਇਹ ਹਲਦੀ ਪਾ ਕੇ ਪਾਣੀ ਹਰ ਰੋਜ਼ ਪੀਣਾ। ਜਿਸ ਡਾਕਟਰ ਨੇ ਆਪਰੇਸ਼ਨ ਕਰਨਾ ਸੀ, ਉਸ ਐਲੋਪੈਥੀ ਦੇ ਵੱਡੇ ਡਾਕਟਰ ਨੇ, ਮੰਨੇ ਹੋਏ ਉਸ ਵਿਗਿਆਨਕ ਨੇ, ਮੰਨੇ ਹੋਏ ਡਾਕਟਰ ਨੇ ਸਰਦਾਰ ਜਸਵਿੰਦਰ ਸਿੰਘ ਜੀ ਨੂੰ ਕਿਹਾ ਜੀ ਜੋ ਤਰੀਕਾ ਤੁਸੀਂ ਅਪਣਾਇਆ ਹੁਣ ਮੈਂ ਵੀ ਆਪਣੇ ਜੀਵਨ 'ਚ ਇਹੋ ਹੀ ਅਪਣਾਵਾਂਗਾ ਅਤੇ ਮੈਂ ਵੀ ਹਲਦੀ ਪਾ ਕੇ ਰੋਜ਼ ਪੀਆ ਕਰਾਂਗਾ। ਸੋ ਸਾਧ ਸੰਗਤ ਜੀ, ਇਸ ਕਰਕੇ ਸਾਧ ਵਚਨ ਅਟਲਾਦਾ, ਸੰਤਾਂ ਸਾਧਾਂ ਦੇ ਦਿੱਤੇ ਹੋਏ ਵਾਰ ਉਹ ਲੱਗਦੇ ਨੇ, ਉਹਨਾਂ ਦੇ ਬਚਨ ਪੂਰੇ ਹੁੰਦੇ ਨੇ ਅਤੇ ਉਹਨਾਂ ਦੀ ਕਿਰਪਾ ਨਾਲ ਲੋਕ ਠੀਕ ਵੀ ਹੁੰਦੇ ਨੇ। ਦੂਸਰੀ ਗੱਲ, ਸਾਡੀ ਭਾਰਤੀ ਪੱਧਤੀ ਅਨੁਸਾਰ ਸਾਦਾ ਜੀਵਨ ਜਿਉਣਾ, ਸਾਦਾ ਭੋਜਨ ਖਾਣਾ, ਵਰਜਿਸ਼ ਕਰਨੀ ਅਤੇ ਸਾਦੀਆਂ ਜੜੀਆਂ ਬੂਟੀਆਂ ਦਾ ਉਪਚਾਰ, ਹਲਦੀ, ਲਸਣ, ਅਦਰਕ, ਮਿਰਚ ਕਾਲੀ ਆਦ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਐਸੀਆਂ ਜੜੀਆਂ ਬੂਟੀਆਂ, ਉਹ ਸਰੀਰ ਵਾਸਤੇ ਬਹੁਤ ਵੱਡੀਆਂ ਲਾਭਦਾਇਕ ਨੇ। ਉਹਨਾਂ ਨਾਲ ਬਹੁਤ ਰੋਗਾਂ ਦਾ ਨਿਵਾਰਣ ਹੋ ਜਾਂਦਾ, ਪੱਕੇ ਤੌਰ ਤੇ ਹੋ ਜਾਂਦਾ। ਇਹ ਬਹੁਤ ਵੱਡਾ ਪ੍ਰਤੱਖ ਪ੍ਰਮਾਣ ਹੈ। ਸੋ ਇਸ ਕਰਕੇ ਆਪਾਂ ਵੀ ਸੰਤਾਂ ਸਾਧਾਂ ਤੇ ਜਿਹੜੇ ਨਾਮ ਜਪਦੇ ਨੇ, ਜਪਾਉਂਦੇ ਨੇ, ਉਹਨਾਂ ਤੇ ਸ਼ਰਧਾ ਰੱਖੋ, ਉਹਨਾਂ ਦੀ ਪੂਜਾ ਕਰੋ, ਸੇਵਾ ਕਰੋ। ਠੱਗਾਂ ਦੀ ਨਹੀਂ, ਪਹੁੰਚੇ ਹੋਇਆ ਜੀ। ਪਹੁੰਚੇ ਹੋਏ ਸੰਤਾਂ ਦੀ ਕੁਝ ਵਿਸ਼ੇਸ਼ ਸਿਫਤਾਂ ਹੁੰਦੀਆਂ ਨੇ। ਸੰਤ ਜੀ ਸ਼ੁਭ ਉਪਦੇਸ਼ ਦੇ ਕੇ ਲੋਕਾਂ ਦਾ ਭਲਾ ਕਰਦੇ ਨੇ, ਵਰ ਦੇ ਕੇ ਵੀ ਲੋਕਾਂ ਦਾ ਭਲਾ ਕਰਦੇ ਨੇ ਅਤੇ ਆਪਣੇ ਉੱਚੇ ਜੀਵਨ ਨਾਲ ਵੀ ਭਲਾ ਕਰਦੇ ਨੇ, ਲੋਕਾਂ ਨੂੰ ਸ਼ੁਭ ਸਿੱਖਿਆ ਦਿੰਦੇ। ਸੰਤ ਕਰਮ ਸਿੰਘ ਜੀ ਹਿੰਮਤਪੁਰੇ ਦੇ ਹੋਏ ਨੇ, ਬੜੇ ਮਹਾਨ ਸੰਤ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬੜੇ ਵੱਡੇ ਪ੍ਰੇਮੀ ਸਨ, ਦਰਸ਼ਨ ਦੇ ਪ੍ਰੇਮੀ ਸੀ। ਮੱਥਾ ਟੇਕ ਕੇ ਪਿੱਛੇ ਦੂਰ ਜਾ ਕੇ ਖਲੋ ਜਾਂਦੇ ਸੀ। ਸਾਡੇ ਆਗੂਆਂ ਵਾਂਗੂ ਅੱਗੇ ਕੂਹਣੀ ਮਾਰ ਕੇ ਅੱਗੇ ਹੋ ਕੇ ਨਹੀਂ ਸੀ ਬਹਿੰਦੇ ਤੇ ਨਾ ਸੱਚੇ ਪਾਤਸ਼ਾਹ ਦੇ ਕੋਲ ਬਹਿੰਦੇ ਸੀ। ਇੱਕ ਸਫਾ ਜੰਗ ਟਕੂਆ ਰੱਖਦੇ ਸੀ, ਉਹ ਬਾਂਹ ਤੇ ਪਾਇਆ ਹੁੰਦਾ ਸੀ, ਪਿੱਛੇ ਦੂਰ ਜਾ ਕੇ ਖਲੋ ਜਾਣਾ, ਸੰਗਤ ਦੇ ਪਿੱਛੇ ਖਲੋ ਕੇ ਦੂਰੋਂ ਦਰਸ਼ਨ ਕਰਨਾ ਸੱਚੇ ਪਾਤਸ਼ਾਹ, ਕਿਉਂਕਿ ਦਰਸ਼ਨ ਦਾ ਆਨੰਦ ਇੱਕ ਮਹਾਨ ਆਨੰਦ ਹੈ। ਸੋ ਉਹਨਾਂ ਨੇ ਉੱਥੇ ਖਲੋ ਕੇ ਦੂਰੋਂ ਦਰਸ਼ਨ ਕਰਨਾ ਤੇ ਦਰਸ਼ਨ ਦਾ ਅੰਮ੍ਰਿਤ ਪੀਣਾ, ਆਨੰਦਮਈ ਅਵਸਥਾ 'ਚ ਹੋ ਜਾਣਾ। ਉਹ ਸੰਤ ਬਹੁਤ ਨਾਮ ਜਪਦੇ ਸੀ, ਕਰਨੀ ਵਾਲੇ ਸੀ, ਬੰਦਗੀ ਵਾਲੇ, ਔਰ ਨਾਲ ਉਹਨਾਂ ਦੇ ਜਥਾ ਹੁੰਦਾ ਸੀ। ਉਹ ਸੰਤ ਜੀ ਇੱਕ ਦਿਨ ਜਥੇ ਸਮੇਤ ਚਲਦੇ ਚਲਦੇ ਪਿੰਡੋਂ ਪਿੰਡ ਜਾਂਦੇ, ਸ਼ੁਭ ਉਪਦੇਸ਼ ਕਰਦੇ, ਕਿਸੇ ਸਿੱਖ ਦੇ ਘਰ ਗਏ। ਘਰ ਜਾਣ ਦੀ ਬਜਾਏ ਉਹਦੇ ਖੇਤ ਵਿੱਚ ਚਲੇ ਗਏ। ਦੇਖੋ ਕਿੱਡੀ ਉੱਚੀ ਕਰਨੀ ਹੈ ਸੰਤਾਂ ਦੀ। ਉੱਥੇ ਜਾ ਕੇ ਸੰਤ ਜੀ ਨੇ ਖੇਤ ਵਿੱਚ, ਉਹ ਸਿੰਘ ਵਾਢੀ ਕਰਦਾ ਪਿਆ ਸੀ, ਕਣਕ ਦੀ ਵਾਢੀ ਸੀ, ਵਿਸਾਖ ਦੇ ਦਿਨ ਸੀ, ਪੂਰੀ ਗਰਮੀ ਸੀ। ਸੰਤ ਜੀ ਜਥੇ ਸਮੇਤ ਵਾਢੀ ਕਰਨ ਲੱਗ ਪਏ। ਇਹ ਨਹੀਂ ਜਾ ਕੇ ਆਖਿਆ ਬਈ ਤੂੰ ਮੇਰੇ ਪੈਰ ਧੋ, ਸਾਨੂੰ ਪਹਿਲਾਂ ਰੋਟੀ ਖਵਾ, ਜਾ ਕੇ ਆਪ ਵਾਢੀ ਸਾਰਾ ਜਥਾ ਕਰਨ ਲੱਗ ਪਿਆ। ਫਿਰ ਉਹ ਸਿੱਖ ਨੇ ਸੋਚਿਆ ਬਈ ਇਹ
ਸਿੱਖ ਏਡੀ ਦੂਰੋਂ ਆਏ ਨੇ, ਭੁੱਖੇ ਨੇ, ਮੈਂ ਹੁਣ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਆਵਾਂ। ਸ਼ਾਮ ਹੋ ਗਈ, ਸਿੱਖ ਘਰ ਗਿਆ, ਉਹਦੇ ਕੋਲ ਵਿਚਾਰੇ ਕੋਲ ਕਿਹੜਾ ਫੋਨ ਸੀ ਵੀ ਕਹਿ ਦਿੰਦਾ ਘਰੇ ਪ੍ਰਸ਼ਾਦਾ ਤਿਆਰ ਕਰਕੇ ਭੇਜ ਦਿਓ ਹਵਾਈ ਜਹਾਜ਼ ਤੇ। ਆਪ ਘਰ ਗਿਆ, ਜਾ ਕੇ ਘਰ ਵਾਲੀ ਨੂੰ ਆਂਦਾ ਵੀ ਇਸ ਤਰ੍ਹਾਂ ਸੰਤ ਜੀ ਨੇ ਕਿਰਪਾ ਕੀਤੀ ਹੈ, ਤੁਸੀਂ ਇੰਨੇ ਸਰੀਰਾਂ ਦਾ ਪ੍ਰਸ਼ਾਦਾ ਬਣਾ ਦਿਓ, ਮੈਂ ਘੜੀ ਕੁ ਆਰਾਮ ਕਰ ਲਵਾਂ। ਇਹ ਆਖ ਕੇ ਉਹ ਸਿੱਖ ਮੰਜੀ ਤੇ ਲੇਟ ਗਿਆ। ਘਰ ਵਾਲੀ ਨੇ ਪ੍ਰਸ਼ਾਦਾ ਬਣਾਇਆ। ਘਰ ਵਾਲੀ ਨੇ ਸੋਚਿਆ ਕਿ ਥੱਕਿਆ ਆਇਆ ਤੇ ਉੱਠ ਪਏਗਾ ਹੁਣੇ, ਤੇ ਮੈਂ ਵੀ ਘੜੀ ਕੁ ਲੇਟ ਲਵਾਂ, ਉੱਠ ਕੇ ਆਪੇ ਪ੍ਰਸ਼ਾਦਾ ਲੈ ਜਾਏਗਾ। ਉਹ ਵੀ ਥੱਕੀ ਸੀ ਸਾਰੇ ਦਿਨ ਦੀ, ਉਹ ਵੀ ਪੈ ਗਈ ਤੇ ਦੋਹਾਂ ਜਣਿਆਂ ਨੂੰ ਨੀਂਦ ਆ ਗਈ। ਪਤਾ ਹੀ ਨਾ ਲੱਗਾ ਥੱਕਿਆਂ ਨੂੰ, ਸੁੱਤਿਆਂ ਨੂੰ ਸਵੇਰ ਹੋ ਗਈ। ਸਵੇਰ ਹੋਈ ਤੇ ਬੜਾ ਪਛਤਾਵਾ ਲੱਗਾ ਕਿ ਸੰਤ ਜੀ ਆਏ ਨੇ, ਘਰ ਇੰਨੇ ਸਰੀਰ ਨੇ, ਭੁੱਖੇ ਨੇ, ਖੇਤਾਂ ਵਿੱਚ ਬੈਠੇ ਨੇ, ਤੇ ਅਸੀਂ ਤੇ ਪ੍ਰਸ਼ਾਦਾ ਲੈ ਕੇ ਜਾਣਾ ਸੀ। ਡਰਦਾ ਸੰਤ ਜੀ ਮੈਨੂੰ ਕੋਈ ਸ਼ਰਾਪ ਨਾ ਦੇ ਦੇਣ। ਉਹ ਪ੍ਰਸ਼ਾਦਾ ਲੈ ਕੇ ਪਹੁੰਚਿਆ। ਸਵੇਰੇ ਜਾ ਕੇ ਸੰਤਾਂ ਦੇ ਚਰਨਾਂ ਤੇ ਡਿੱਗਿਆ, ਜਾ ਕੇ ਬੇਨਤੀ ਕੀਤੀ, ਸੰਤ ਜੀ ਮੇਰੇ ਤੋਂ ਬਹੁਤ ਗਲਤੀ ਹੋਈ, ਬਖਸ਼ ਦਿਓ, ਤੁਸੀਂ ਰਾਤੀ ਭੁੱਖੇ ਰਹੇ ਹੋ। ਸੰਤਾਂ ਨੇ ਕੀ ਕੀਤਾ, ਉਹਨੂੰ ਤੁਹਾਡੇ ਖਿਆਲ ਸੋਚੋ, ਉਹਨੂੰ ਵਿਸ਼ਵਾਮਿੱਤਰ ਜੀ ਵਾਂਗੂ ਜਾਂ ਹੋਰ ਪੁਰਾਣੇ ਜਿਹੜੇ ਆਪਾਂ ਸਾਧੂ ਸੁਣਦੇ ਹਾਂ, ਅੱਜ ਵੀ ਹੈਗੇ ਨੇ ਇਹੋ ਜਿਹੇ ਜਿਹੜੇ ਬੜੇ ਗੁੱਸੇ ਵਾਲੇ ਨੇ, ਉਹਨੂੰ ਸ਼ਰਾਪ ਦੇ ਦਿੱਤਾ? ਨਹੀਂ, ਸੰਤ ਜੀ ਨੇ ਆਖਿਆ, ਹੱਸ ਕਿਉਂ ਭਲਿਆ ਲੋਕਾਂ, ਤੂੰ ਤੇ ਬਹੁਤ ਚੰਗਾ ਕੀਤਾ। ਤੂੰ ਜੇ ਪ੍ਰਸ਼ਾਦਾ ਲੈ ਕੇ ਆ ਜਾਂਦਾ, ਅਸੀਂ ਪ੍ਰਸ਼ਾਦੇ ਛਕ ਕੇ, ਸਾਨੂੰ ਤਾਂ ਭੁੱਖੀ ਚੜ੍ਹਨੀ ਸੀ ਅੰਨ ਦੀ, ਸਾਨੂੰ ਤਾਂ ਨੀਂਦ ਆਉਣੀ ਸੀ। ਤੂੰ ਤਾਂ ਬਹੁਤ ਚੰਗਾ ਕੀਤਾ ਜਿਹੜਾ ਪ੍ਰਸ਼ਾਦਾ ਨਹੀਂ ਲੈ ਕੇ ਆਇਆ। ਅਸੀਂ ਸਾਰੀ ਰਾਤ ਬੈਠ ਕੇ ਨਾਮ ਜਪਿਆ, ਕੀਰਤਨ ਕੀਤਾ, ਤੂੰ ਮਾੜਾ ਨਹੀਂ ਕੀਤਾ, ਬਹੁਤ ਚੰਗਾ ਕੀਤਾ। ਇੱਕ ਹੈਰਾਨ ਰਹਿ ਗਏ। ਸੋ ਸੰਤਾਂ ਦੀ ਕਰਨੀ ਵੀ ਐਸੀ ਹੋਣੀ ਚਾਹੀਦੀ ਹੈ, ਸਾਧ ਨਾਮ ਨਿਰਮਲ ਤਾਕੇ ਕਰਮ। ਇਸ ਕਰਕੇ ਸਾਧ ਸੰਗਤ ਜੀ, ਸੰਤਾਂ ਸਾਧਾਂ ਦੇ, ਬੰਦਗੀ ਵਾਲਿਆਂ ਦੇ, ਉੱਚੀ ਕਰਨੀ ਵਾਲਿਆਂ ਦੇ, ਜਿਹੜੇ ਗੁਰੂ ਦੇ ਵਰਸਾਏ ਹੋਏ ਨੇ, ਉਹਨਾਂ ਦੀ ਰਸਨਾ ਤੇ ਪ੍ਰਭੂ ਦਾ ਵਾਸਾ, ਉਹਨਾਂ ਦੇ ਬਚਨ ਸੱਚੀ ਮੁੱਚੀ ਸਿੱਧ ਹੁੰਦੇ ਨੇ। ਇਸ ਗੱਲ ਦਾ ਵਿਸ਼ਵਾਸ ਕਰੋ ਅਤੇ ਆਪਣੇ ਦੇਸ਼ ਦੀ ਆਯੁਰਵੈਦਿਕ ਪੱਧਤੀ, ਪ੍ਰਕਿਰਤਿਕ ਚਿਕਿਤਸਾ, ਕੁਦਰਤੀ ਇਲਾਜ, ਜੜੀਆਂ ਬੂਟੀਆਂ, ਇਹਨਾਂ ਚੀਜ਼ਾਂ ਨੂੰ ਵਰਤਦੇ ਹੋਏ ਆਪਣਾ ਜੀਵਨ ਸੁਖੀ ਕਰੋ ਅਤੇ ਆਪਣੇ ਮਨੋਕਾਮਨਾਵਾਂ ਵੀ ਪੂਰੀਆਂ ਕਰੋ। ਜਿਹੜੇ ਲੋਕ, ਤੁਸੀਂ ਜੇ ਫੇਸਬੁੱਕ ਵਗੈਰਾ ਜਾਂ ਇੰਟਰਨੈਟ ਵਰਤਦੇ ਹੋਵੋਗੇ, ਤੁਸੀਂ ਕਹਿੰਦੇ ਹੋਵੋਗੇ ਸੰਤਾਂ ਦਾ ਬੜਾ ਵਿਰੋਧ ਕਰਦੇ ਨੇ ਅਤੇ ਮਖੌਲ ਕਰਦੇ ਨੇ ਸੰਤਾਂ ਨੂੰ, ਉਹਨਾਂ ਨੂੰ ਇਸ ਤਰ੍ਹਾਂ ਦੇ ਜਵਾਬ ਦਿਆ ਕਰੋ, ਗੁਰਬਾਣੀ ਵਿੱਚੋਂ ਤੁਕਾਂ ਦੱਸਿਆ ਕਰੋ, ਤਾਂ ਕਿ ਗੁਰਬਾਣੀ ਅਨੁਸਾਰ ਸਿੱਖੀ ਦਾ ਪ੍ਰਚਾਰ ਹੋ ਸਕੇ ਅਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਾਰੇ ਸੰਸਾਰ ਵਿੱਚ ਰਾਜ ਹੋਵੇ। ਹੁਣ ਸਾਰੇ ਹੀ ਆਖੋ ਧੰਨ ਸਤਿਗੁਰੂ ਤੇਗ ਬਹਾਦਰ ਜੀ, ਫਿਰ ਆਖੋ ਧੰਨ ਸਤਿਗੁਰੂ ਮਾਤਾ ਚੰਦ ਕੌਰ ਜੀ।